प्यारे विद्यार्थियों, अज असी जिहड़ा 8वीं का अपना टॉपिक करन जा रहे हैं वह है भाग योग्यता की पड़ताल, डिविजिबिलिटी रूल। असी छोटी क्लासां तो ही पढ़ते आ रहे हैं कि कोई भी संख्या है जिहड़ी बिना भाग करे असी किवें चेक कर सकते हाँ कि वह संख्या 2 नाल, 3 नाल, 4 नाल, 5 नाल ते 3, 9 नाल ते 10 नाल भाग योग है या नहीं। तो इस दे लई आओ असी पहला देखते हाँ 10 नाल भाग योग्यता। भी कोई भी संख्या है जिहड़ी वो 10 नाल कदों भाग योग हो सकती है। तो कोई भी जिहड़ी संख्या है साडी वो 10 नाल कदों भाग योग होएगी जेकर ओदी जिहड़ी यूनिट यानी कि उसदी सब तो लास्ट वाली जिहड़ी डिजिट है जिसनों असी इकाई अंक बोलते हाँ वो सिफर होवे। जिवें असी कहंदे भी 10 दे जिहड़े साडे गुणज हन, मल्टीपल्स हन, वो की किहड़े हन 10, 20, 30, 40, 50, 60। असी जे लिखते जाइए तो असी देखते हाँ कि 10 दे जिन्ने भी गुणज हन उन्हां सारियां दे लास्ट दे विच ओदी यूनिट जिहड़ी डिजिट है ਜਾਂ इकाई अंक है वो की हुंदा है सिफर हुंदा है। तो असी कहते हाँ कोई भी संख्या 10 नाल कदों भाग योग होएगी जेकर उसका जिहड़ा इकाई अंक है वो की होएगा सिफर होएगा। तो असी कहांगे कि वो संख्या की है 10 नाल भाग योग है। इसे तरह असी गल करिए 5 नाल भी कोई भी संख्या 5 दे नाल कदों भाग योग हुंदी है। तो अगर असी 5 दे गुणज लिखिए 5, 10, 15, 20, 25, 30, 35 जे असी लिखते जाइए तो असी देखते हाँ कि 5 दे जिन्ने भी गुणज हन उन्हां दे सारियां दे लास्ट दे विच सिर्फ 2 जड़ियां डिजिट हन वो बार बार रिपीट हो रही हन। वो डिजिट किहड़ियां हन, एक तो सिफर है ते एक की है 5। तो असी कह सकते हाँ कोई भी जिहड़ी संख्या है साडी वो 5 नाल कदों भाग योग होएगी जेकर उसका जिहड़ा इकाई अंक है यूनिट डिजिट है वो की होएगी साडी सिफर जां 5 होएगी। उस तो बाद असी देखते हाँ कोई असी उदाहरण लेंदे हाँ जिवें कि मैनूं दिता गया है संख्या, असी अपने कोल तो एक संख्या लेंदे हाँ कि ਇਹ संख्या 5 नाल भाग योग है ਜਾਂ नहीं। ਤਾਂ ਸਾਨੂੰ ਲੰਬੀ ਜਿਹੜੀ ਭਾਗ ਵਿਧੀ ਹੈ ਉਹ ਕਰਨ ਦੀ ਲੋੜ ਨਹੀਂ। ਅਸੀਂ ਸਿਰਫ ਇਹ ਦੇਖਣਾ ਹੈ ਕਿ ਉਹਦਾ ਜਿਹੜਾ ਯੂਨਿਟ ਡਿਜਿਟ ਹੈ ਉਹ 0 ਜਾਂ 5 ਹੈ। ਜੇਕਰ ਉਹ 0 ਜਾਂ 5 ਹੈ ਤਾਂ ਇਹ ਸੰਖਿਆ 5 ਨਾਲ ਕੀ ਹੋਏਗੀ ਭਾਗ योग ਹੋਏਗੀ। ਇਸੇ ਤਰ੍ਹਾਂ ਮੰਨ ਲਓ ਸਾਡੇ ਕੋਲ ਸੰਖਿਆ ਹੋਵੇ ਜਿਸ ਦੇ ਯੂਨਿਟ ਦੇ ਵਿੱਚ 0 ਜਾਂ 5 ਨਾ ਹੋਵੇ। ਹੁਣ ਇਸ ਸੰਖਿਆ ਦੀ ਅਗਰ ਮੈਂ ਗੱਲ ਕਰਾਂ ਕਿ ਕੀ ਇਹ ਸੰਖਿਆ 5 ਨਾਲ ਭਾਗ योग ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸੰਖਿਆ 5 ਨਾਲ ਭਾਗ योग ਨਹੀਂ ਹੈ ਕਿਉਂਕਿ ਇਸ ਦੇ ਲਾਸਟ ਦੇ ਵਿੱਚ 0 ਜਾਂ 5 ਨਹੀਂ ਹੈ। ਸਾਡਾ ਅਗਲਾ ਡਿਵੀਜ਼ਿਬਿਲਟੀ ਰੂਲ ਹੈ 2 ਦੇ ਨਾਲ ਕਿ ਕੋਈ ਵੀ ਸੰਖਿਆ ਹੈ ਜਿਹੜੀ ਸਾਡੀ ਉਹ 2 ਨਾਲ ਕਦੋਂ ਭਾਗ योग ਹੁੰਦੀ ਹੈ। ਤਾਂ ਅਸੀਂ 2 ਤਰ੍ਹਾਂ ਦੀਆਂ ਸੰਖਿਆਵਾਂ ਬਾਰੇ ਜਾਣਦੇ ਹਾਂ, ਜਿਸਤ ਅਤੇ ਟਾਂਕ। ਜਿਸ ਸੰਖਿਆਵਾਂ 2, 4, 6, 8, 10, 12, 14, 16, 18, 20 ਜਿੰਨੀ ਮਰਜ਼ੀ ਅਸੀਂ ਲਿਖ ਸਕਦੇ ਹਾਂ। ਇਹਨਾਂ ਨੂੰ ਅਸੀਂ ਈਵਨ ਨੰਬਰ ਵੀ ਬੋਲਦੇ ਹਾਂ। ਟਾਂਕ ਸੰਖਿਆਵਾਂ ਔਡ ਨੰਬਰ, ਸਾਡੇ ਔਡ ਨੰਬਰ ਕਿਹੜੇ ਹਨ 1, 3, 5, 7, 9, 11, 13, 15, 17 ਇਹ ਵੀ ਲਿਖਦੇ ਜਾਈਏ ਜੇਕਰ ਅਸੀਂ। ਹੁਣ ਸਾਨੂੰ ਪਤਾ ਹੈ 2 ਦੇ ਗੁਣਜ ਕੀ ਹੁੰਦੇ ਹਨ। ਅਗਰ 2 ਦਾ ਅਸੀਂ ਦੇਖੀਏ ਟੇਬਲ ਤਾਂ 2, 4, 6, 8, 10, 12 ਤਾਂ ਇਹਨਾਂ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ 2, 4, 6, 8 ਤੇ ਸਿਫਰ ਇਹ ਜਿਹੜੇ ਹੈਗੇ ਡਿਜਿਟ ਸਾਡੇ ਕੋਲ ਰਿਪੀਟ ਹੋ ਰਹੇ ਹਨ। ਯਾਨੀ ਕਿ ਕੋਈ ਵੀ ਸੰਖਿਆ 2 ਨਾਲ ਕਦੋਂ ਭਾਗ योग ਹੋਏਗੀ ਜੇਕਰ ਉਹਦੇ ਲਾਸਟ ਦੇ ਵਿੱਚ 2, 4, 6, 8 ਜਾਂ 0
ਜੇਕਰ ਇਹ ਅੰਕ ਹੋਣ ਸਾਡੇ ਡਿਜਿਟ ਹੋਣ ਤਾਂ ਅਸੀਂ ਕਹਾਂਗੇ ਕਿ ਜਿਹੜੀ ਸਾਡੀ ਸੰਖਿਆ ਹੈ ਉਹ 2 ਨਾਲ ਕੀ ਹੈ ਭਾਗਯੋਗ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਜਿੰਨੀਆਂ ਵੀ ਜਿਸ ਸੰਖਿਆਵਾਂ ਹਨ ਉਹ 2 ਨਾਲ ਕੀ ਹੁੰਦੀਆਂ ਹਨ ਭਾਗਯੋਗ ਹੁੰਦੀਆਂ ਹਨ, ਜਦਕਿ ਜਿਹੜੀਆਂ ਟਾਮ ਸੰਖਿਆਵਾਂ ਹਨ ਉਹ 2 ਦੇ ਨਾਲ ਭਾਗਯੋਗ ਨਹੀਂ ਹੁੰਦੀਆਂ ਹਨ। ਅਸੀਂ ਅਗਲਾ ਜਿਹੜਾ ਭਾਗਯੋਗਤਾ ਦਾ ਨਿਯਮ ਕਰਦੇ ਹਾਂ ਉਹ ਹੈ ਸਾਡਾ ਕੋਈ ਵੀ ਸੰਖਿਆ 3 ਜਾਂ 9 ਦੇ ਨਾਲ ਕਦੋਂ ਭਾਗਯੋਗ ਹੁੰਦੀ ਹੈ ਇਹ ਅਸੀਂ ਦੇਖਣਾ ਹੈ। ਇਸ ਦੇ ਲਈ ਕੀ ਰੂਲ ਹੈ ਆਓ ਅਸੀਂ ਦੇਖੀਏ। ਇੱਕ ਸੰਖਿਆ ਅਸੀਂ ਲੈਂਦੇ ਹਾਂ 3573। ਅਸੀਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਇਹਨੂੰ ਅਸੀਂ ਐਕਸਪੈਂਸ਼ਨ ਫਾਰਮ ਚ ਲਿਖਦੇ ਹਾਂ, ਇਹਦੀ ਕੀ ਵਿਸਤ੍ਰਿਤ ਰੂਪ ਲਿਖਦੇ ਹਾਂ। ਇਸ ਦਾ ਵਿਸਤ੍ਰਿਤ ਰੂਪ ਕੀ ਹੋਏਗਾ 3 ਗੁਣਾ 1000 ਜਮਾ 5 ਗੁਣਾ 100 ਜਮਾ 7 ਗੁਣਾ 10 ਤੇ ਜਮਾ 3। ਇਹਨੂੰ ਅਗਰ ਹੋਰ ਹੱਲ ਕਰੀਏ ਅਸੀਂ, ਮੈਂ ਹੁਣ 1000 ਨੂੰ ਕੀ ਲਿਖ ਸਕਦਾ ਹਾਂ 999 ਜਮਾ 1 ਜਮਾ 5 ਗੁਣਾ 100 ਨੂੰ ਮੈਂ ਕੀ ਲਿਖ ਸਕਦਾ ਹਾਂ 99 ਜਮਾ 1। ਏਦਾਂ ਹੀ 10 ਨੂੰ ਕੀ ਲਿਖ ਸਕਦਾ ਹਾਂ 9 ਜਮਾ 1 ਜਮਾ 3। ਇਸ ਤੋਂ ਬਾਅਦ ਅਸੀਂ ਬ੍ਰੈਕਟਸ ਨੂੰ ਓਪਨ ਕਰਦੇ ਹਾਂ 3 ਗੁਣਾ 999 ਜਮਾ 3 ਗੁਣਾ 1 5 ਗੁਣਾ 99 ਜਮਾ 5 ਗੁਣਾ 1 ਜਮਾ 7 ਗੁਣਾ 9 ਜਮਾ 7 ਗੁਣਾ 1 ਜਮਾ 3। 3 ਗੁਣਾ 999 ਪਲੱਸ ਹੁਣ ਅਸੀਂ ਕੀ ਕਰਦੇ ਹਾਂ ਉਹ ਸੰਖਿਆਵਾਂ ਜਿਹੜੀਆਂ 3 ਜਾਂ 9 ਦੇ ਨਾਲ ਪਹਿਲਾ ਹੀ ਭਾਗਯੋਗ ਸਾਡੀਆਂ ਇਹ ਹੈਗੀਆਂ ਤਾਂ 5 ਗੁਣਾ 99 ਤੇ 7 ਗੁਣਾ 9। ਇਹਨਾਂ ਨੂੰ ਇੱਕ ਬ੍ਰੈਕਟ ਵਿੱਚ ਲੈ ਲੈਂਦੇ ਹਾਂ ਕਿਉਂਕਿ ਇਹ ਸਾਰੀਆਂ ਹੀ ਸੰਖਿਆਵਾਂ 9 ਤੇ 3 ਨਾਲ ਕੀ ਹਨ ਭਾਗਯੋਗ ਹਨ। ਬਾਕੀ ਸਾਡੀਆਂ ਸੰਖਿਆਵਾਂ ਕੀ ਬਚ ਗਈਆਂ 3 ਜਮਾ 5 ਜਮਾ 7 ਜਮਾ 3। ਹੁਣ ਜੇਕਰ ਅਸੀਂ ਕਹਿਣਾ ਕਿ ਇਹ ਸੰਖਿਆ ਜਿਹੜੀ ਹੈਗੀ ਹੈ ਇਹ 3 ਜਾਂ 9 ਦੇ ਨਾਲ ਭਾਗਯੋਗ ਹੈ ਤਾਂ ਇਹ ਜਿਹੜਾ ਜੋੜ ਹੈ ਇਹ ਸੰਖਿਆਵਾਂ ਦਾ ਜਿਹੜਾ ਜੋੜ ਹੈ ਅੰਕਾਂ ਦਾ ਜੋੜ ਹੈ ਇਹ ਸਾਡਾ ਕੀ ਹੋਣਾ ਚਾਹੀਦਾ ਹੈ 3 ਜਾਂ 9 ਦੇ ਨਾਲ ਭਾਗਯੋਗ ਹੋਣਾ ਚਾਹੀਦਾ ਹੈ। ਜੇਕਰ ਅਸੀਂ ਇਹਨਾਂ ਨੂੰ ਜੋੜੀਏ 3 ਜਮਾ 5 8 8 7 15 ਔਰ 3 18। ਹੁਣ ਜੇਕਰ ਅਸੀਂ 18 ਦੀ ਗੱਲ ਕਰੀਏ ਤਾਂ 18 3 ਦੇ ਨਾਲ ਵੀ ਭਾਗਯੋਗ ਹੈ ਤੇ 9 ਦੇ ਨਾਲ ਵੀ ਭਾਗਯੋਗ ਹੈ। ਜੇਕਰ ਇਹ ਸੰਖਿਆ ਦੀ ਗੱਲ ਕਰੀਏ ਕਿ ਇਹ ਜਿਹੜੀ 18 ਸੰਖਿਆ ਹੈ ਕਿੱਥੋਂ ਬਣੀ ਹੈ ਇਹ ਜਿਹੜੇ ਅੰਕ ਸੀ ਡਿਜਿਟ ਸੀ ਇਹਨਾਂ ਦਾ ਜੋੜ। ਇਹ ਡਿਜਿਟ ਕਿਹੜੇ ਸੀ ਸਾਡੇ ਇਸ ਸੰਖਿਆ ਦੇ ਅੰਕ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਅਗਰ ਅਸੀਂ ਦੇਖਣਾ ਹੈ ਕਿ ਕੋਈ ਵੀ ਸੰਖਿਆ 3 ਜਾਂ 9 ਦੇ ਨਾਲ ਭਾਗਯੋਗ ਹੈ ਜਾਂ ਨਹੀਂ ਤਾਂ ਅਸੀਂ ਕੀ ਕਰਨਾ ਹੈ ਉਸ ਦੇ ਜਿਹੜੇ ਅੰਕ ਹਨ ਡਿਜਿਟ ਹਨ ਉਹਨਾਂ ਦਾ ਅਸੀਂ ਕੀ ਕਰਨਾ ਹੈ ਜੋੜ ਕਰ ਲੈਣਾ। ਜੇਕਰ ਉਹ ਜੋੜ 3 ਜਾਂ 9 ਦੇ ਨਾਲ ਭਾਗਯੋਗ ਹੈ ਤਾਂ ਅਸੀਂ ਕਹਿਣਾ ਉਹ ਸੰਖਿਆ 3 ਜਾਂ 9 ਦੇ ਨਾਲ ਭਾਗਯੋਗ ਹੋਵੇਗੀ, ਜੇਕਰ ਨਹੀਂ ਹੈ ਤਾਂ ਨਹੀਂ ਹੋਵੇਗੀ। ਆਓ ਅਸੀਂ ਇੱਕ ਹੋਰ ਉਦਾਹਰਨ ਲੈਂਦੇ ਹਾਂ। ਅਸੀਂ ਹੁਣ ਇਹ ਦੇਖਣਾ ਹੈ ਕਿ ਕੋਈ ਵੀ ਸੰਖਿਆ ਜਿਹੜੀ ਹੈਗੀ ਹੈ ਜੇਕਰ ਉਹ 3 ਦੇ ਨਾਲ ਭਾਗਯੋਗ ਹੈ ਕਿਆ ਉਹ 9 ਦੇ ਨਾਲ ਵੀ ਭਾਗਯੋਗ ਹੋਵੇਗੀ। ਆਓ ਅਸੀਂ ਇਸ ਰੂਲ ਨੂੰ ਕਰਨ ਦੇ ਲਈ ਇੱਕ ਸੰਖਿਆ ਦੀ ਹੋਰ ਉਦਾਹਰਨ ਲੈਂਦੇ ਹਾਂ। ਮੇਰੇ ਕੋਲ ਸੰਖਿਆ ਹੈ 3576। ਮੈਂ ਇੱਕ ਸੰਖਿਆ ਲੈਂਦਾ ਹਾਂ 3576। ਤਾਂ ਇਸ ਦਾ ਅਸੀਂ ਵਿਸਤ੍ਰਿਤ ਰੂਪ ਲਿਖਦੇ ਹਾਂ 3 ਗੁਣਾ 1000 ਜਮਾ 5 ਗੁਣਾ 100 ਜਮਾ 7 ਗੁਣਾ 10 ਤੇ ਜਮਾ 6। ਫਿਰ ਉਦਾਂ ਹੀ ਅਸੀਂ 1000 ਨੂੰ ਕੀ ਲਿਖ ਸਕਦੇ ਹਾਂ 999 ਜਮਾ 1 100 ਨੂੰ 99 ਜਮਾ 1 10 ਨੂੰ 9 ਜਮਾ 1 ਤੇ ਜਮਾ 6। ਫਿਰ 3 ਗੁਣਾ 999 5 ਗੁਣਾ 99 ਤੇ 7 ਗੁਣਾ 9। ਇਹਨੂੰ ਅਸੀਂ ਇੱਕ ਬ੍ਰੈਕਟ ਵਿੱਚ ਰੱਖਦੇ ਹਾਂ ਤੇ ਸਾਡੀ ਦੂਜੀ ਬ੍ਰੈਕਟ ਦੇ ਵਿੱਚ ਆਉਂਦਾ ਹੈ 3 ਜਮਾ 5 ਜਮਾ 7 ਜਮਾ 6। ਇਹ ਕੀ ਹੈ ਸਾਡਾ ਇਸ ਸੰਖਿਆ ਦੇ ਅੰਕਾਂ ਦਾ ਜੋੜ। ਜੇਕਰ ਅਸੀਂ ਇਹਨਾਂ ਦਾ ਜੋੜ ਕਰੀਏ
5 3 8 8 8 7 15 15 6 21 ਹੁਣ ਜਿਹੜੀ 21 ਹੈ ਇਹ 3 ਦੇ ਨਾਲ ਤਾਂ ਭਾਗਯੋਗ ਹੈ ਪਰ 9 ਦੇ ਨਾਲ ਭਾਗਯੋਗ ਨਹੀਂ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਸੰਖਿਆ ਹੈ ਇਹ 3 ਦੇ ਨਾਲ ਤਾਂ ਭਾਗਯੋਗ ਹੈ ਪਰ 9 ਦੇ ਨਾਲ ਭਾਗਯੋਗ ਨਹੀਂ ਹੈ ਤਾਂ ਇਸ ਸਿੱਟੇ ਤੇ ਅਸੀਂ ਪੁੱਛਦੇ ਹਾਂ ਕਿ ਕੋਈ ਵੀ ਸੰਖਿਆ ਜੇਕਰ ਉਹ 3 ਦੇ ਨਾਲ ਭਾਗਯੋਗ ਹੈ ਤਾਂ ਜ਼ਰੂਰੀ ਨਹੀਂ ਕਿ ਉਹ 9 ਦੇ ਨਾਲ ਵੀ ਭਾਗਯੋਗ ਹੋਵੇ ਪਰ ਜੇਕਰ ਉਹ 9 ਦੇ ਨਾਲ ਭਾਗਯੋਗ ਹੈ ਤਾਂ 3 ਦੇ ਨਾਲ ਭਾਗਯੋਗ ਜ਼ਰੂਰ ਹੋਵੇਗੀ। ਆਓ ਅਸੀਂ ਇਸ ਦੇ ਕੁਝ ਪ੍ਰਸ਼ਨ ਲੈ ਕੇ ਕਰੀਏ ਜਿਹੜੇ ਸਾਨੂੰ ਪੇਪਰ ਦੇ ਵਿੱਚ ਆਉਂਦੇ ਹਨ। ਸਾਡਾ ਹੁਣ ਪਹਿਲਾ ਪ੍ਰਸ਼ਨ ਹੈ, ਸਾਨੂੰ ਇੱਕ ਸੰਖਿਆ ਦਿੱਤੀ ਹੋਈ ਹੈ संख्या ਸਾਨੂੰ ਦਿੱਤੀ ਗਈ ਹੈ। ਇਸ ਸੰਖਿਆ ਦਾ ਪੁੱਛਿਆ ਹੈ ਕਿ 9 ਦੇ ਨਾਲ ਭਾਗਯੋਗ ਹੈ ਜਾਂ ਨਹੀਂ। ਅਸੀਂ ਇਹ ਦੇਖਣਾ ਹੈ ਕਿ ਇਹ ਸੰਖਿਆ 9 ਦੇ ਨਾਲ ਭਾਗਯੋਗ ਹੈ ਜਾਂ ਨਹੀਂ ਜਾਂ ਅਸੀਂ 9 ਦੇ ਨਾਲ ਇਸ ਦੀ ਭਾਗਯੋਗਤਾ ਦੀ ਪੜਤਾਲ ਕਰਨੀ ਹੈ। ਤਾਂ ਅਸੀਂ ਕਰਿਆ ਸੀ ਕਿ ਅਸੀਂ ਕੀ ਕਰਨਾ ਹੈ इस संख्या के अंकों का जोड़ ਅਸੀਂ संख्या के अंकों का जोड़ करते हाँ 2 जमा 1 जमा 4 जमा 3 जमा 6 जमा 5 जमा 8 जमा 7 ਤਾਂ ਇਹਨਾਂ ਨੂੰ ਅਸੀਂ ਜੋੜਦੇ ਹਾਂ। ਆਓ ਅਸੀਂ ਜੋੜ ਕੇ ਦੇਖੀਏ 2 जमा 1 3 4 3 7 7 3 10 16 16 5 21 21 और 8 ਸਾਡੇ ਕੋਲ 29 29 और 7 36 ਤਾਂ ਸਾਨੂੰ ਪਤਾ ਹੈ ਜਿਹੜਾ 36 ਹੈ ਉਹ 9 ਦੇ ਨਾਲ ਭਾਗਯੋਗ ਹੈ ਤਾਂ ਇਸ ਦਾ ਮਤਲਬ ਇਹ ਜਿਹੜੀ ਸੰਖਿਆ ਹੈ ਇਹ ਵੀ ਕੀ ਹੋਏਗੀ 9 ਦੇ ਨਾਲ ਭਾਗਯੋਗ ਹੋਵੇਗੀ। ਆਓ ਅਸੀਂ ਅਗਲੀ ਸੰਖਿਆ ਵੱਲ ਚੱਲਦੇ ਹਾਂ। ਮੇਰੇ ਕੋਲ ਅਗਲੀ ਸੰਖਿਆ ਹੈ। इस संख्या की भी मैं 9 ਦੇ ਨਾਲ ਭਾਗਯੋਗਤਾ ਦੀ ਪੜਤਾਲ ਕਰਨੀ ਹੈ ਕਿ ਇਹ ਸੰਖਿਆ 9 ਦੇ ਨਾਲ ਭਾਗਯੋਗ ਹੈ ਜਾਂ ਨਹੀਂ। ਤਾਂ ਇਸ ਦੇ ਲਈ ਵੀ ਅਸੀਂ ਕੀ ਕਰਾਂਗੇ ਇਹਨਾਂ ਦੇ ਅੰਕਾਂ ਦਾ ਜੋੜ। ਅਸੀਂ ਅੰਕਾਂ ਦਾ ਜੋੜ ਕਰਦੇ ਹਾਂ 1 ਜਮਾ 5 ਜਮਾ 2 ਜਮਾ 8 ਜਮਾ 7 ਜਮਾ 5 ਅਸੀਂ ਜੋੜੀਏ ਜੇਕਰ ਇਹਨਾਂ ਨੂੰ 5 1 6 6 और 2 8 8 8 16 16 और 7 23 23 और 5 कितना हो गया साडे कोल 28। सानू पता है जिहड़ा 28 है वो 9 दे नाल भागयोग नहीं है इसलिए ये जिहड़ी संख्या है 9 दे नाल भागयोग नहीं होगी। इसे तरह जेकर असीं हुण कल्ले 3 दी गल करिए असीं हुण देखदे हां कि कोई भी संख्या सानू दित्ती होवे असीं देखना कि 3 नाल वो भागयोग है या नहीं उसदे कुछ प्रश्न करदे हां। मेरे को पहली संख्या जी दी है असी देखना है कि ये जी संख्या है ये साडी 3 दे नाल भागयोग है या नहीं। आओ असी इस दे भी अंकों का जोड़ करते हाँ 2 जमा 1 जमा 4 जमा 6 जमा 5 जमा 8 से जमा 7 ਅਸੀਂ करना है इस दे ਜਿਹੜੇ अंक ਹਨ ਉਹਨਾਂ ਦਾ ਜੋੜ ਕਰਕੇ ਦੇਖਣਾ ਹੈ। ਜੇਕਰ ਇਹ 3 ਦੇ ਨਾਲ ਭਾਗਯੋਗ ਹੋਇਆ ਤਾਂ ਇਹ ਸੰਖਿਆ ਵੀ ਕੀ ਹੋਏਗੀ 3 ਦੇ ਨਾਲ ਭਾਗਯੋਗ ਹੋਵੇਗੀ। आओ करके देखिए 2 जमा 3 4 3 7 7 6 13 13 और 5 18 18 और 8 26 ਤੇ 26 और 7 कितने हो गए 33। ਸਾਨੂੰ पता है कि 33 3 ਦੇ ਨਾਲ ਭਾਗਯੋਗ है इस ਤਾਂ ਮਤਲਬ ਇਹ ਸੰਖਿਆ ਵੀ 3 ਦੇ ਨਾਲ ਭਾਗਯੋਗ ਹੋਵੇਗੀ। ਜੇਕਰ ਮੈਂ ਪੁੱਛਾਂ ਕਿ ਇਹ ਸੰਖਿਆ 9 ਦੇ ਨਾਲ ਭਾਗਯੋਗ ਹੈ ਤਾਂ ਨਹੀਂ ਇਹ ਸੰਖਿਆ 9 ਦੇ ਨਾਲ ਭਾਗਯੋਗ ਨਹੀਂ ਹੈ ਕਿਉਂਕਿ 33 ਹੈ ਜਿਹੜਾ ਉਹ 9 ਦੇ ਨਾਲ ਭਾਗ ਨਹੀਂ ਹੁੰਦਾ ਹੈ। ਇਸੇ ਤਰ੍ਹਾਂ ਮੇਰੇ ਕੋਲ ਇੱਕ ਹੋਰ ਸੰਖਿਆ ਹੈ 15287। ਅਸੀਂ ਦੇਖਣਾ ਹੈ ਕਿ ਇਹ ਸੰਖਿਆ 3 ਦੇ ਨਾਲ ਭਾਗਯੋਗ ਹੈ ਜਾਂ ਨਹੀਂ। ਅਸੀਂ ਫੇਰ ਕੀ ਕਰਦੇ ਹਾਂ
ਅੰਕਾਂ ਦਾ ਜੋੜ, ਇਸ ਸੰਖਿਆ ਦੇ ਅੰਕਾਂ ਦਾ ਜੋੜ ਕਰਦੇ ਹਾਂ। 1 + 5 + 2 + 8 + 7, तो साढ़े को 6 और 2 8, 8 8 16, 16 और 7 23। सानू पता है 23 है जड़ा वो 3 दे नाल भागयोग नहीं है, इसलिए जड़ी ये संख्या है ये 3 दे नाल भागयोग नहीं होगी। तो प्यारे विद्यार्थियों, अगर असीं देखना है कोई भी जड़ी संख्या है साडी वो 3 ਜਾਂ 9 ਦੇ ਨਾਲ ਭਾਗਯੋਗ ਹੈ ਜਾਂ ਨਹੀਂ, ਉਸ ਦੇ ਲਈ ਅਸੀਂ ਅੰਕਾਂ ਦਾ ਜੋੜ ਕਰਨਾ ਹੈ। ਜੇਕਰ ਅੰਕਾਂ ਦਾ ਜੋੜ 3 ਜਾਂ 9 ਦੇ ਨਾਲ ਭਾਗਯੋਗ ਹੈ ਤਾਂ ਉਹ ਸੰਖਿਆ ਵੀ ਕੀ ਹੋਵੇਗੀ? 3 ਜਾਂ 9 ਦੇ ਨਾਲ ਭਾਗਯੋਗ ਹੋਵੇਗੀ। ਜੇਕਰ ਕੋਈ ਸੰਖਿਆ 3 ਦੇ ਨਾਲ ਭਾਗਯੋਗ ਹੈ ਤਾਂ ਉਹ ਜ਼ਰੂਰੀ ਨਹੀਂ ਕਿ ਉਹ ਸੰਖਿਆ 9 ਦੇ ਨਾਲ ਵੀ ਭਾਗਯੋਗ ਹੋਵੇ। ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ। ਆਓ ਅਸੀਂ ਹੋਰ ਕੁਝ ਪ੍ਰਸ਼ਨ ਲੈਂਦੇ ਹਾਂ ਆਪਣੇ ਐਕਸਰਸਾਈਜ਼ ਦੇ ਵਿੱਚੋਂ, ਰਿਵੀਜ਼ਨ ਕਰਦੇ ਹਾਂ। ਸਾਡੇ ਕੋਲ ਪਹਿਲਾ ਸਵਾਲ ਹੈ, ਸਾਨੂੰ ਇੱਕ ਸੰਖਿਆ ਦਿੱਤੀ ਹੋਈ ਹੈ, ਇਹ 9 ਦਾ ਗੁਣਜ ਹੈ, ਯਾਨੀ ਕਿ 9 ਦੇ ਨਾਲ ਇਹ ਕੀ ਹੈ? ਭਾਗਯੋਗ ਹੈ। ਤਾਂ y ਦਾ ਮੁੱਲ ਪਤਾ ਕਰੋ। ਅਸੀਂ ਦੇਖਣਾ ਹੈ ਕਿ y ਦਾ ਕੀ ਮੁੱਲ ਹੋ ਸਕਦਾ ਹੈ ਜਿਸ ਦੇ ਲਈ ਇਹ ਸੰਖਿਆ 9 ਦਾ ਗੁਣਜ ਹੋਵੇ ਜਾਂ 9 ਨਾਲ ਭਾਗਯੋਗ ਹੋਵੇ। ਤਾਂ ਅਸੀਂ ਆਪਣਾ ਰੂਲ ਕੀਤਾ ਸੀ ਕਿ ਕੋਈ ਵੀ ਸੰਖਿਆ 9 ਦੇ ਨਾਲ ਕਦੋਂ ਭਾਗਯੋਗ ਹੁੰਦੀ ਹੈ? ਜੇਕਰ ਉਸ ਦੇ ਅੰਕਾਂ ਦਾ ਜਿਹੜਾ ਜੋੜ ਹੈ ਉਹ 9 ਦੇ ਨਾਲ ਭਾਗਯੋਗ ਹੋਵੇ। ਤਾਂ ਆਓ ਅਸੀਂ ਅੰਕਾਂ ਦਾ ਜੋੜ ਕਰਦੇ ਹਾਂ। 2 + 1 + y + 5, तो 2 और 1 3, 5 और 3 8 + y। ਅਸੀਂ ਦੇਖਣਾ ਹੈ ਕਿ y ਦੀ ਕੀ ਕੀਮਤ ਹੋ ਸਕਦੀ ਹੈ ਜਿਸ ਦੇ ਲਈ ਇਹ ਜਿਹੜੀ ਸੰਖਿਆ ਹੈ ਇਹ 9 ਦਾ ਗੁਣਜ ਹੋਵੇ। ਤਾਂ ਸਾਨੂੰ ਪਤਾ ਹੈ ਅਗਰ ਅਸੀਂ ਡਿਜਿਟ ਦੀ ਗੱਲ ਕਰੀਏ ਤਾਂ ਸਾਡੀਆਂ ਅੰਕ ਜਿਹੜੇ ਹਨ 0 1 2 3 4 5 6 7 8 ਤੇ 9, ਇਹ ਸਾਡੇ 10 ਅੰਕ ਹਨ। ਅਸੀਂ ਕੀ ਕਰਨਾ ਹੈ, ਇਹ 10 ਅੰਕ ਇਹਦੇ ਵਿੱਚ ਭਰ ਕੇ ਦੇਖਣੇ ਹਨ ਕਿ ਕਿਹੜੇ ਅੰਕ ਦੇ ਲਈ ਇਹ ਸੰਖਿਆ 9 ਦੇ ਨਾਲ ਭਾਗਯੋਗ ਬਣਦੀ ਹੈ। ਤਾਂ ਜੇਕਰ ਮੈਂ y ਦੀ ਕੀਮਤ 0 ਲਵਾਂ 0 ਲਵਾਂ ਤਾਂ ਸਾਨੂੰ ਪਤਾ ਹੈ 8 + 0, ਅਸੀਂ ਕਰੀਏ 8 + 0 ਸਾਡੇ ਕੋਲ ਕਿੰਨਾ ਹੁੰਦਾ ਹੈ? 8। 8 9 ਦੇ ਨਾਲ ਭਾਗਯੋਗ ਨਹੀਂ ਹੈ। अगर मैं y की कीमत 1 लवां, 8 + 1 = 9, 9 9 नाल भागयोग है, इसका मतलब y की कीमत 1 हो सकती है। अगर मैं y की कीमत 2 लवां तो 10, 10 9 नाल भागयोग नहीं है। इसी तरह y की कीमत असी 3 लंदे हां, 11, 11 भी 9 दे नाल भागयोग नहीं है। 4 12 ये भी भागयोग नहीं है 9 दे नाल। इसी तरह 5 13 ये भी 9 दे नाल भागयोग नहीं है। असी एक अंक लिख के देखते हैं। 6 तो 14 नहीं भागयोग। 7 15 9 नाल भागयोग नहीं है। अगर मैं 8 लवां तो 16 ये भी भागयोग नहीं है। अगर मैं 9 लवां तो 17 ਇਹ ਵੀ ਸਾਡੇ ਕੋਲ ਭਾਗਯੋਗ ਨਹੀਂ ਹੈ। ਤਾਂ ਇਸ ਦਾ ਮਤਲਬ y ਦੀ ਜਿਹੜੀ ਕੀਮਤ ਹੈ ਸਿਰਫ 1 ਹੋਵੇਗੀ ਜੇਕਰ ਇਹ ਸੰਖਿਆ 9 ਦੇ ਨਾਲ ਭਾਗਯੋਗ ਹੈ ਜਾਂ 9 ਦਾ ਗੁਣਜ ਹੈ। ਤੁਸੀਂ ਧਿਆਨ ਰੱਖਣਾ ਹੈ ਅਗਰ ਸਾਨੂੰ ਕੋਈ ਵੀ ਸੰਖਿਆ ਦਿੱਤੀ ਗਈ ਹੈ ਜਿਸ ਦਾ ਸਾਨੂੰ ਇੱਕ ਅੰਕ ਮਿਸਿੰਗ ਹੈ, ਅਸੀਂ ਉਹ ਪਤਾ ਕਰਨਾ ਹੈ ਤੇ ਸਾਨੂੰ ਦਿੱਤਾ ਹੈ ਕਿ ਉਹ ਸੰਖਿਆ 9 ਦਾ ਗੁਣਜ ਹੈ ਜਾਂ 9 ਨਾਲ ਭਾਗਯੋਗ ਹੈ। ਤਾਂ ਅਸੀਂ ਕੀ ਕਰਨਾ ਹੈ, ਆਪਣੇ ਸਾਰੇ 10 ਅੰਕ ਹਨ 0 1 2 3 4 5 6 7 8 ਤੇ 9, ਇਹਨਾਂ ਨੂੰ ਕੀ ਕਰਨਾ ਹੈ ਪੂਰੇ ਪੁੱਟ ਕਰਕੇ ਦੇਖਣਾ ਹੈ ਤਾਂ ਕਿਹੜਾ ਇਹ ਜਿਹਾ ਅੰਕ ਹੈ ਜਿਸ ਦੀ ਕੀਮਤ ਭਰਨ ਤੇ ਇਹ ਸੰਖਿਆ 9 ਦੇ ਨਾਲ ਹੈ ਜਿਹੜੀ ਭਾਗਯੋਗ ਹੁੰਦੀ ਹੈ, ਉਹੀ ਸਾਡਾ ਕੀ ਹੋਏਗਾ y ਦਾ ਆਨਸਰ ਹੋਵੇਗਾ, y ਦੀ ਕੀਮਤ ਹੋਵੇਗੀ। आओ एक प्रश्न होर लेंदे हां। सानू फिर दिता है एक संख्या जिस दे विच साडा एक अंक जिहड़ा है वो मिसिंग है। असीं देखना है कि वो जिहड़ा अंक है वो की हो सकता है तां जो जिहड़ी संख्या है, सानू संख्या दित्ती हुई है
कि ये संख्या है जिहड़ी ये 9 दे नाल भागयोग है, तो z की जिहड़ी कीमत है वो की हो सकती है। सानूं दिता है 9 दा गुणज है, तो z पता करो, z की कीमत पता करो। तो असीं फिर की करना है, अंकां दा जोड़। ਅਸੀਂ ਕੀ ਕਰਦੇ ਹਾਂ, ਇਸ ਦੇ ਅੰਕਾਂ ਦਾ ਜੋੜ ਕਰਕੇ ਦੇਖਦੇ ਹਾਂ। 3 + 1 + z + 5, 3 + 1 4 ਤੇ 9, 9 + z। फिर ਅਸੀਂ ਕੀ ਕਰਨਾ है, z 0 ਤੋਂ ਲੈ ਕੇ ਅਸੀਂ ਕੀ ਕਰਦੇ ਹਾਂ, 1 2 3 4 5 6 7 8 ਤੇ 9, ਇਹ ਸਾਡੀਆਂ 10 ਡਿਜਿਟ ਹਨ। ਇਹ 10 ਡਿਜਿਟ ਨੂੰ ਅਸੀਂ ਉਹਰੇ ਪੁੱਟ ਕਰਕੇ ਦੇਖਦੇ ਹਾਂ ਕਿ ਕਿਹੜੀ ਜਿਹੜੀ ਇਹ ਜੀ ਕੀਮਤ ਹੈ z ਦੀ, ਜਿਸ ਦੇ ਲਈ ਇਹ ਸੰਖਿਆ 9 ਦੇ ਨਾਲ ਭਾਗਯੋਗ ਬਣਦੀ ਹੈ। ਤਾਂ ਅਸੀਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ z ਨੂੰ 0 ਭਰ ਕੇ ਦੇਖਦੇ ਹਾਂ। ਤਾਂ 9 9 ਦੇ ਨਾਲ ਭਾਗਯੋਗ ਹੈ, ਇਹਦਾ ਮਤਲਬ z ਦੀ ਕੀਮਤ 0 ਹੋ ਸਕਦੀ ਹੈ। अगर मैं 1 पुट करा 10, 2 पुट करा तो 11, 3 पुट कर दे हाँ तो 12, 4 पुट कर दे हाँ तो 13, 5 पुट कर दे हाँ 14, जे 6 पुट कर दे हाँ 15, जे 7 पुट कर दे हाँ 16, और अगर सी 8 पुट कर दे हाँ तो 17, जे 9 ही पुट कर दे तो 18। तो इसका मतलब यह हो गया कि z की कीमत 0 या 9 हो सकती है। जेकर असी z की कीमत 0 या 9 पुट करते हाँ तो ये जिहड़ी संख्या है 9 दे नाल भागयोग होगी, यानी कि 9 का गुणज होगी। इसी तरह जेकर सानू सवाल दिते गए हों कि कोई भी संख्या है जिहड़ी वो 3 दे नाल भागयोग है, 3 दे नाल भागयोग है या नहीं, आओ एक सवाल लेके करते हाँ। सानू दिता है कि 2 4 x एक संख्या है जिसका यूनिट डिजिट जिहड़ी है वो x है, जिहड़ी असीं पता करनी है। सानू दिता है कि संख्या 3 दा गुणज है, तां x की कीमत पता करो। असी x की कीमत है जिहड़ी वो पता करनी है। सानू ये दिता है कि ये जिहड़ी संख्या है ये 3 दा गुणज है। फिर असी की करते हैं, अंकां दा जोड़फल 2 + 4 + x तो 6 + x। हुण फिर वही असी x की कीमत पता करनी है, जिस दे लई ये संख्या जिहड़ी हैगी है वो 3 दा गुणज होवे। तो फिर साडे कोल डिजिट 0 1 2 3 4 5 6 7 8 ते 9 ये 10 डिजिट हैं। असीं ये 10 डिजिट जिहड़े हैगे आ ओरे पुट करके देखने हैं कि किहड़ी वैल्यू दे लई x दी किहड़ी वैल्यू दे लई ये संख्या 3 दे नाल भागयोग हुंदी है। सब तो पहला भी असीं 0 पुट करके देखते हैं तो 6 + 0 6, जिहड़ा 6 है वो 3 दे नाल भागयोग है, इसलिए x की कीमत 0 हो सकती है। 1 पुट करते हैं तो 6 + 1 7, 7 3 नाल भागयोग नहीं है। इसी तरह असीं 2 पुट करते हैं तो साडे कोल 8, 8 भी जिहड़ा है वो x नाल 3 दे नाल भागयोग नहीं है। इसी तरह असीं 3 पुट करते हैं तो 9, 9 जिहड़ा है वो 3 दे नाल भागयोग है, इसका मतलब x की कीमत 3 भी हो सकती है। उस तो बाद असीं 4 पुट करते हैं 6 + 4 10, 10 जिहड़ा है वो 3 नाल भाग नहीं हुंदा, इस करके x की कीमत 4 नहीं हो सकती। ऐदां ही अगर असीं 5 पुट करते हैं 11, 11 भी 3 दे नाल भागयोग नहीं है। उस तो बाद 6 पुट करते हैं 6 + 6 12, 12 जिहड़ा हैगा वो 3 दे नाल भागयोग है, इस करके x की कीमत है जिहड़ी वो 6 भी हो सकती है। ऐदां ही अगर असीं 7 पुट करते हैं तो 13, 13 3 दे नाल भागयोग नहीं है,
ਇਸੇ ਤਰ੍ਹਾਂ 8 ਪੁੱਟ ਕਰਦੇ ਹਾਂ ਤਾਂ 14 ਵੀ 3 ਦੇ ਨਾਲ ਭਾਗਯੋਗ ਨਹੀਂ ਹੈ। ਇਸੇ ਤਰ੍ਹਾਂ ਅਗਰ ਅਸੀਂ 9 ਪੁੱਟ ਕਰੀਏ ਤਾਂ 15 3 ਦੇ ਨਾਲ ਭਾਗਯੋਗ ਹੈ। ਇਸ ਦਾ ਮਤਲਬ x ਦੀ ਕੀਮਤ 9 ਵੀ ਹੋ ਸਕਦੀ ਹੈ। यानी कि जेकर ਅਸੀਂ x ਦੀ ਕੀਮਤ 0 ਪੁੱਟ ਕਰਦੇ ਹਾਂ ਤਾਂ 240 ਇਹ ਵੀ 3 ਦਾ ਗੁਣਜ ਹੈ। ਜੇ 3 ਪੁੱਟ ਕਰਦੇ ਹਾਂ ਤਾਂ 243 ਇਹ ਵੀ 3 ਦਾ ਗੁਣਜ ਹੈ। 6 ਪੁੱਟ ਕਰਦੇ ਹਾਂ 246 ਵੀ 3 ਦਾ ਗੁਣਜ ਹੈ। ਜੇ 9 ਪੁੱਟ ਕਰਦੇ ਹਾਂ ਤਾਂ 249 ਵੀ 3 ਦਾ ਗੁਣਜ ਹੈ। आओ एक क्वेश्चन और रिपीट करते हैं। सानू ये दिता है कि ਇਹ ਜਿਹੜੀ ਸੰਖਿਆ ਹੈ ਸਾਡੀ ਇਸ ਦੇ ਵਿੱਚ ਜਿਹੜਾ ਇਹ z ਹੈ ਅਸੀਂ ਪਤਾ ਕਰਨਾ ਹੈ। ਅਗਰ 3 ਦਾ ਗੁਣਜ ਹੈ, ਅਗਰ ਇਹ ਸੰਖਿਆ 3 ਦਾ ਗੁਣਜ ਹੈ ਤਾਂ ਅਸੀਂ z ਦੀ ਜਿਹੜੀ ਕੀਮਤ ਹੈ ਉਹ ਪਤਾ ਕਰਨੀ ਹੈ। ਤਾਂ ਫਿਰ ਅਸੀਂ ਕੀ ਕਰਾਂਗੇ, ਅੰਕਾਂ ਦਾ ਜੋੜ 3 + 1 + z 5 ਤਾਂ 9 z। फिर ਅਸੀਂ ਦੇਖਣਾ ਹੈ ਕਿ z ਦੀ ਕਿਹੜੀ ਕੀਮਤਾਂ ਦੇ ਲਈ ਇਹ ਸੰਖਿਆ 3 ਦੇ ਨਾਲ ਭਾਗਯੋਗ ਹੋਵੇਗੀ। ਆਓ ਫਿਰ ਉਹੀ ਅਸੀਂ 0 1 2 3 4 5 6 7 8 ਤੇ 9 ਇਹ 10 ਜਿਹੜੀ ਹੈਗੀਆਂ ਡਿਜਿਟ ਇਹ ਪੁੱਟ ਕਰਕੇ ਦੇਖਣੇ ਆ। ਔਰ ਅਗਰ ਤਾਂ ਇਹ ਸੰਖਿਆ 3 ਦੇ ਨਾਲ ਭਾਗਯੋਗ ਹੁੰਦੀ ਹੈ ਤਾਂ ਅਸੀਂ ਕਹਾਂਗੇ ਕਿ ਇਹ ਸੰਖਿਆ ਵੀ 3 ਦੇ ਨਾਲ ਭਾਗਯੋਗ ਹੋਵੇਗੀ। z ਦੀ ਕੀਮਤ ਅਗਰ ਅਸੀਂ 0 ਪੁੱਟ ਕਰਦੇ ਹਾਂ ਤਾਂ 9 + 0 9 ਕੀ ਹੈ 3 ਦੇ ਨਾਲ ਭਾਗਯੋਗ ਹੈ। ਇਹਦਾ ਮਤਲਬ z ਦੀ ਕੀਮਤ 0 ਹੋ ਸਕਦੀ ਹੈ। ਇਹਦਾ 1 ਪੁੱਟ ਕਰਦੇ ਹਾਂ 10 3 ਦੇ ਨਾਲ ਭਾਗਯੋਗ ਨਹੀਂ ਹੈ। 3 ਪੁੱਟ ਕਰਦੇ ਹਾਂ 12 ਤਾਂ 12 ਜਿਹੜਾ ਹੈ ਉਹ ਕੀ ਹੈ 3 ਦੇ ਨਾਲ ਭਾਗਯੋਗ ਹੈ। ਆਪਾਂ ਕੀ ਕਰਨਾ ਹੈ, ਇੱਕ ਵਾਰੀ ਸਾਰੀ ਵੈਲਿਊਜ਼ ਭਰ ਕੇ ਦੇਖਣੀ ਹੈ। 0 ਪੁੱਟ ਕਰਦੇ ਹਾਂ 9 ਨਾਲ ਭਾਗਯੋਗ, ਇਹਦਾ ਮਤਲਬ 3 ਨਾਲ ਭਾਗਯੋਗ ਹੈ। 1 ਪੁੱਟ ਕਰਿਆ 10 ਨਾਲ ਜਿਹੜਾ ਹੈ 3 ਭਾਗਯੋਗ ਨਹੀਂ ਹੈ। 2 ਪੁੱਟ ਕਰਿਆ 11 ਵੀ 3 ਦੇ ਨਾਲ ਭਾਗਯੋਗ ਨਹੀਂ ਹੈ। 3 ਪੁੱਟ ਕਰਿਆ 12 ਕੀ ਹੈ 3 ਦੇ ਨਾਲ ਭਾਗਯੋਗ ਹੈ। 4 ਪੁੱਟ ਕਰਿਆ ਤਾਂ 13 3 ਦੇ ਨਾਲ ਭਾਗਯੋਗ ਨਹੀਂ ਹੈ। 5 ਪੁੱਟ ਕਰਦੇ ਹਾਂ 14 ਵੀ 3 ਦੇ ਨਾਲ ਭਾਗਯੋਗ ਨਹੀਂ ਹੈ। 6 ਪੁੱਟ ਕਰਦੇ ਹਾਂ ਤਾਂ 15 ਕੀ ਹੈ 3 ਦੇ ਨਾਲ ਭਾਗਯੋਗ ਹੈ। ਇਸ ਕਰਕੇ z ਦੀ ਕੀਮਤ 6 ਹੋ ਸਕਦੀ ਹੈ। 7 ਪੁੱਟ ਕਰਦੇ ਹਾਂ ਤਾਂ ਸਾਡੇ ਕੋਲ 16 3 ਦੇ ਨਾਲ ਭਾਗਯੋਗ ਨਹੀਂ ਹੈ। 8 ਪੁੱਟ ਕਰਦੇ ਹਾਂ 17 ਵੀ 3 ਦੇ ਨਾਲ ਭਾਗਯੋਗ ਨਹੀਂ ਹੈ। 9 ਪੁੱਟ ਕਰਦੇ ਹਾਂ ਤਾਂ 18 3 ਦੇ ਨਾਲ ਭਾਗਯੋਗ ਹੈ। ਇਸ ਦਾ ਮਤਲਬ ਜਿਹੜੀ z ਦੀ ਕੀਮਤ ਹੈ 0 3 6 ਤੇ 9 ਹੋ ਸਕਦੀ ਹੈ। ਯਾਨੀ ਕਿ ਅਗਰ ਅਸੀਂ ਉਹਦੇ 0 ਪੁੱਟ ਕਰੀਏ ਤਾਂ 3105 ਜਿਹੜਾ ਹੈ ਉਹ 3 ਦਾ ਕੀ ਹੈ ਗੁਣਜ ਹੈ। ਇਦਾਂ ਹੀ 3 ਪੁੱਟ ਕਰਦੇ ਹਾਂ ਤਾਂ 3135 ਵੀ 3 ਦਾ ਗੁਣਜ ਹੈ। ਅਗਰ 6 ਪੁੱਟ ਕਰਦੇ ਹਾਂ ਤਾਂ 3165 ਵੀ 3 ਦਾ ਗੁਣਜ ਹੈ। 9 ਪੁੱਟ ਕਰਦੇ ਹਾਂ ਤਾਂ 3195 ਵੀ 3 ਦਾ ਗੁਣਜ ਹੈ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਅੱਜ ਦੇਖਿਆ ਕਿ ਭਾਗਯੋਗਤਾ ਦੇ ਨਿਯਮ ਵਿੱਚ ਅਸੀਂ ਕੋਈ ਵੀ ਸੰਖਿਆ ਹੈ ਜਿਹੜੀ ਉਹ 10 ਨਾਲ 5 ਨਾਲ 2 ਨਾਲ 3 ਨਾਲ ਤੇ 9 ਨਾਲ ਕਦੋਂ ਭਾਗਯੋਗ ਹੁੰਦੀ ਹੈ ਤੇ ਉਹਨਾਂ ਦੇ ਰਿਲੇਟਡ ਅਸੀਂ ਅੱਜ ਕੁਝ ਸਵਾਲ ਵੀ ਕਰੇ। ਤਾਂ ਮੈਨੂੰ ਆਸ ਹੈ ਕਿ ਇਹ ਸਵਾਲ ਜਿਹੜੇ ਹੈ ਤੁਹਾਨੂੰ ਸਮਝ ਆਏ ਹੋਣਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਆਪ ਕਰਕੇ ਦੇਖੋਗੇ। ਥੈਂਕਸ।